हेलो बच्चों, किवें हो तुसी सारे? ठीक हो ना? मैं थोड़ी रेनू मैम ते अज मैं थानू इंग्लिश दी एक बहुत ही ब्यूटीफुल जी पोएम ट्रू ग्रोथ पढ़ाउण आई हाँ। ਤਾਂ ਜਿਹੜੀ ਇਹ ਟਰੂ ਗਰੋਥ ਨਾਮ ਦੀ ਪੋਇਮ ਹੈ ਪੁੱਤ, ਇਹ ਪੋਇਟ ਬੈਨ ਜੌਨਸਨ ਦੀ ਲਿਖੀ ਹੋਈ ਆ। ਜਿਵੇਂ ਕਿ ਹਮੇਸ਼ਾ ਤੋਂ ਤੁਹਾਨੂੰ ਪਤਾ, ਮੈਂ ਲੈਸਨ ਜਾਂ ਪੋਇਮ ਪੜ੍ਹਾਉਣ ਤੋਂ ਪਹਿਲਾਂ ਤੇ ਵੋਕੈਬਲਰੀ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਪੋਇਮ ਨੂੰ ਰੀਡ ਕਰਨਾ ਮੰਗਦੀ ਹਾਂ। ਤਾਂ ਇਸ ਲਈ ਪਹਿਲਾਂ ਆਪਾਂ ਇਸ ਤੋਂ ਪਹਿਲਾਂ ਕਿ ਵੋਕੈਬਲਰੀ ਕਰੀਏ, ਆਪਾਂ ਪੋਇਮ ਨੂੰ ਰੀਡ ਕਰਦੇ ਹਾਂ ਬੇਟੇ। बहुत सोहनी पोएम है पुत्त ये। then let's read the poem first. It's not growing like a tree in bulk doth make man better be, or standing long as an oak 300 years to fall a log at last dry, bald and sere. A lily of a day is fairer far in May, although it fall and die that night. It was the plant and flower of light. In small proportions we just beauty see, and in short measures life may perfect be. ਤਾਂ ਇੱਕ ਬਹੁਤ ਹੀ small ਜੀ ਇੱਕ poem ਹੈਗੀ ਹੈ, 10 lines ਦੀ poem ਹੈ ਬੇਟੇ। ਤਾਂ ਹੁਣ ਮੈਂ ਤੁਹਾਨੂੰ ਇਸ poem ਦੀ ਵੋਕੈਬਲਰੀ ਦੱਸਦੀ ਹਾਂ ਪੁੱਤ। ਪਿਆਰੇ ਬੱਚਿਓ, ਹੁਣ ਆਪਾਂ ਪੋਇਮ ਦੀ ਵੋਕੈਬਲਰੀ ਕਰਦੇ ਹਾਂ ਬੇਟੇ। ਜਿਵੇਂ ਕਿ ਤੁਸੀਂ ਦੇਖਿਆ ਕਿ ਪੋਇਮ ਦਾ ਨਾਮ ਕੀ ਹੈਗਾ ਬੇਟੇ? ਟਰੂ ਗਰੋਥ। ਟਰੂ ਗਰੋਥ ਦਾ ਮਤਲਬ ਕੀ ਹੈ? ਅਸਲੀ ਵਾਧਾ, ਅਸਲੀ ਵਿਕਾਸ, ਟਰੂ ਡਿਵੈਲਪਮੈਂਟ ਚੀਜ਼ ਕੀ ਹੈ। ਤਾਂ ਉਹਦੇ ਵਿੱਚ ਜਿਹੜੇ ਵਰਡਸ ਆਏ ਨੇ ਬੇਟੇ, ਪਹਿਲਾਂ ਆਪਾਂ ਇੱਕ ਇੱਕ ਕਰਕੇ ਉਹ ਵਰਡ ਸਮਝਦੇ ਹਾਂ। ਤਾਂ ਫਸਟ ਆਪਣੇ ਕੋਲੇ ਕੀ ਹੈ? ਗਰੋ। ਗਰੋ ਕੀ ਹੁੰਦਾ ਬੇਟੇ? ਵਧਣਾ। ਹਿੰਦੀ 'ਚ ਇਹਨੂੰ ਕੀ ਕਹਿੰਦੇ ਨੇ? बढ़ना। ਫਿਰ ਆਪਣੇ ਕੋਲੇ ਵਰਡ ਆ ਜਾਂਦਾ ਬਲਕ। ਬਲਕ ਹੁੰਦਾ ਥੋਕ ਵਿੱਚ। ਥੋਕ ਮਤਲਬ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ। ਫਿਰ ਵਰਡ ਆ ਜਾਂਦਾ ਓਕ। ਓਕ ਵ੍ਰਿਕਸ਼ ਦਾ ਨਾਮ ਹੈ ਬੇਟੇ, ਟਰੀ ਦਾ ਨੇਮ ਹੈ OAK, ਓਕ। ਓਕ ਹੁੰਦਾ ਬਲੂਤ ਦਾ ਦਰਖਤ ਹੁੰਦਾ, ਉਮਰ ਬਹੁਤ ਲੰਬੀ ਹੁੰਦੀ ਹੈ ਇਸ ਵ੍ਰਿਕਸ਼ ਦੀ। ਫਿਰ ਆ ਜਾਂਦਾ ਲੌਗ, LOG, ਲੌਗ। ਲੌਗ ਕੀ ਚੀਜ਼ ਹੈ? ਲੌਗ ਨਾਲ ਤੁਸੀਂ ਐਵੇਂ ਸਮਝ ਲਓ ਕਿ ਜਿਹੜੇ ਪੁਰਾਣੇ ਘਰ ਪਹਿਲਾਂ ਬਣਦੇ ਸੀ, ਉਹਨਾਂ ਦੀਆਂ ਛੱਤਾਂ 'ਚ ਛਤੀਰੀਆਂ ਪਈਆਂ ਹੁੰਦੀਆਂ ਸੀ, ਲੱਕੜ ਦੀਆਂ ਮੋਟੀਆਂ ਮੋਟੀਆਂ। ਹਿੰਦੀ 'ਚ ਇਹਨੂੰ ਲੱਠਾ ਕਹਿ ਦਿੰਦੇ ਹੈ। ਆ ਜਿਹੜੀ ਪਿਕਚਰ ਤੁਹਾਨੂੰ ਮੈਂ ਦਿਖਾ ਰਹੀ ਹਾਂ, ਨਜ਼ਰ ਆ ਰਹੀ ਹੈ ਨਾ, ਤਾਂ ਇਹ ਲੌਗ ਹੈ। ਫਿਰ ਆਪਣੇ ਕੋਲ ਆ ਜਾਂਦਾ ਬੇਟੇ ਬੋਲਡ, BALD, ਬੋਲਡ। ਬਾਲਡ ਨਹੀਂ ਬੋਲਣਾ, ਇਹਨੂੰ ਏ ਨਾਲ ਨਹੀਂ ਬੋਲਣਾ, ਬੋਲਡ। ਬੋਲਡ ਕੀ ਹੁੰਦਾ? ਹੁਣ ਮੈਂ ਕਹੂੰਗੀ ਗੰਜਾ ਤੇ ਤੁਸੀਂ ਹੱਸੋਗੇ। ਤਾਂ ਹਾਂ, ਹੇਅਰਲੈਸ। ਜੇਕਰ ਕਿਸੇ ਇਨਸਾਨ ਦੇ ਸਿਰ ਤੇ ਬਾਲ ਨਹੀਂ ਹੁੰਦੇ ਤਾਂ ਉਹਨੂੰ ਆਪਾਂ ਬੋਲਡ ਕਹਿੰਦੇ ਹਾਂ ਬੇਟੇ। ਹਿੰਦੀ ਪੰਜਾਬੀ ਦੋਨਾਂ 'ਚ ਹੀ ਆਪਾਂ ਉਹਨੂੰ ਗੰਜਾ ਕਹਿੰਦੇ ਹਾਂ। ਲੇਕਿਨ ਇੱਥੇ ਜੇ ਟਰੀ ਦੇ ਲਈ ਬੋਲਡ ਯੂਜ਼ ਹੋਊਗਾ ਤਾਂ ਉਹਦਾ ਮਤਲਬ ਕੀ ਹੋਊਗਾ? ਉਹਦਾ ਮਤਲਬ ਹੋਊਗਾ ਲੀਫਲੈਸ, ਮਤਲਬ ਜਿਹਦੇ ਪੱਤੇ ਨਹੀਂ ਹੁੰਦੇ ਜਿਹੜੇ ਵ੍ਰਿਕਸ਼ ਦੇ, ਤਾਂ ਆਪਾਂ ਉਹਨੂੰ ਬੋਲਡ ਕਹਿ ਦਾਂਗੇ। ਫਿਰ ਵਰਡ ਆ ਗਿਆ ਬੇਟੇ ਆਪਣੇ ਕੋਲੇ ਸੀਅਰ, SERE, ਸੀਅਰ। ਸੀਅਰ ਕੀ ਹੁੰਦਾ? ਡਰਾਈਡ। ਡਰਾਈਡ ਮਤਲਬ ਸੁੱਕਿਆ ਹੋਇਆ, ਸੂਖਾ ਹੁਆ, ਮੁਰਝਾਇਆ ਹੋਇਆ, ਠੀਕ ਹੈ, ਵਿਦਰਡ। ਤਾਂ ਸੀਅਰ ਕਹਿੰਦੇ ਆ ਉਹਨੂੰ। ਲਿਲੀ, ਲਿਲੀ ਵਰਡ ਮੈਂ ਤਾਂ ਲਿਖਿਆ ਇੱਥੇ ਕਿ ਤੁਹਾਨੂੰ ਪਤਾ ਰਵੇ ਕਿ ਲਿਲੀ ਕੀ ਚੀਜ਼ ਆ। ਤੁਹਾਨੂੰ ਪਤਾ ਲਿਲੀ ਆਮ ਤੌਰ 'ਤੇ ਗਰਲਸ ਦਾ ਨੇਮ ਰੱਖਿਆ ਜਾਂਦਾ। ਦਰਅਸਲ ਇਹ ਬਹੁਤ ਹੀ ਸੋਹਣਾ ਇੱਕ ਫੁੱਲ ਹੁੰਦਾ ਪੁੱਤ। ਇਹਨੂੰ ਹਿੰਦੀ ਪੰਜਾਬੀ ਦੇ ਵਿੱਚ ਵੀ ਲਿਲੀ ਦਾ ਫੁੱਲ ਹੀ ਕਹਿੰਦੇ ਹੈ। ਤਾਂ ਲਿਲੀ ਕੀ ਹੈ? ਇੱਕ ਫਲਾਵਰ ਦਾ ਨਾਮ ਹੈ, ਬਹੁਤ ਸੋਹਣੇ ਫੁੱਲ ਦਾ ਨਾਮ ਹੈ। ਫੇਅਰਰ, ਫੇਅਰਰ ਕੀ ਹੁੰਦਾ? ਫੇਅਰਰ, ਫੇਅਰ ਜਿਹੜਾ ਹੁੰਦਾ ਵਰਡ, ਫੇਅਰ ਮੈਨੇ ਮੇਲਾ ਵੀ ਹੁੰਦਾ। ਕੱਲਾ ਫੇਅਰ ਹੁੰਦਾ ਤਾਂ ਕਿਸੇ ਦਾ ਰੰਗ ਸਾਫ਼ ਹੁੰਦਾ, ਉਹਨੂੰ ਫੇਅਰ ਕਹਿ ਦਿੰਦੇ, ਦਾ ਕਲਰ ਵੀ, ਉਹਦਾ ਕੰਪਲੈਕਸ਼ਨ ਬਹੁਤ ਫੇਅਰ ਆ। ਫੇਅਰ ਜਿਹੜਾ ਸੁੰਦਰ ਨੂੰ ਵੀ ਕਹਿ ਦਿੰਦੇ ਆਪਾਂ। ਫੇਅਰਰ, ਫੇਅਰਰ ਇੱਥੇ ER ਲੱਗਾ ਹੋਇਆ ਬੇਟੇ, ਮਤਲਬ ਸੈਕਿੰਡ ਡਿਗਰੀ ਯੂਜ਼ ਹੋਈ ਹੈ ਕੰਪੈਰੀਜ਼ਨ ਦੀ। ਤਾਂ ਇਹਦਾ ਮਤਲਬ ਹੈ ਜ਼ਿਆਦਾ ਸੁੰਦਰ, ਜ਼ਿਆਦਾ ਖੂਬਸੂਰਤ। ਪੰਜਾਬੀ ਦੇ ਵਿੱਚ ਇਹਨੂੰ ਜ਼ਿਆਦਾ ਖੂਬਸੂਰਤ, ਹਿੰਦੀ 'ਚ ਇਹਨੂੰ ਜ਼ਿਆਦਾ ਸੁੰਦਰ, ਠੀਕ ਹੈ। ਫਿਰ ਆਪਣੇ ਕੋਲ ਆ ਜਾਂਦਾ ਫਾਲ। ਫਾਲ ਕੀ ਹੁੰਦਾ? ਡਿੱਗਣਾ ਬੇਟੇ, ਨੀਚੇ ਡਿੱਗਣਾ, ਗਿਰਨਾ। ਫਿਰ ਆਪਣੇ ਕੋਲ ਆ ਗਿਆ ਪਲਾਂਟ।
मैं सोचा प्लांट ਤੁਹਾਨੂੰ ਪਤਾ ਹੀ ਹੋਊਗਾ, ਲੇਕਿਨ ਮੇਰੀ ਹੈਬਿਟ ਹੈ ਕਿ ਮੈਂ ਹਰ ਵਰਡ ਦੱਸਣ ਦੀ ਟਰਾਈ ਕਰਦੀ ਹਾਂ ਵੀ ਬੱਚਿਆਂ ਦੀ ਵੋਕੈਬ ਜਿਹੜੀ ਉਹ ਸਟਰੋਂਗ ਹੋਵੇ। ਇਸ ਕਰਕੇ ਮੈਂ ਪਲਾਂਟ ਵੀ ਲਿਖ ਲਿਆ। ਪਲਾਂਟ ਮਤਲਬ ਹੁੰਦਾ ਪੌਦਾ, ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਨੂੰ ਪੌਦੇ ਲਾਉਣੇ ਚਾਹੀਦੇ ਨੇ ਤੇ ਪੌਦਿਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ। ਫਿਰ ਆ ਗਿਆ ਪ੍ਰਪੋਰਸ਼ਨ। ਪ੍ਰਪੋਰਸ਼ਨ ਸ਼ਬਦ ਕੀ ਹੁੰਦਾ? ਪ੍ਰਪੋਰਸ਼ਨ ਵੈਸੇ ਅਨੁਪਾਤ ਨੂੰ ਕਹਿੰਦੇ ਆ। ਦੋ ਚੀਜ਼ਾਂ 'ਚ ਕੰਪੈਰੀਜ਼ਨ ਕਰਦੇ ਆ ਨਾ ਬੇਟੇ ਆਪਾਂ, ਤਾਂ ਆਪਾਂ ਉਹਨੂੰ ਪ੍ਰਪੋਰਸ਼ਨ ਕਹਿ ਦਿੰਦੇ ਹੈਗੇ ਆ, ਠੀਕ ਹੈ। ਇਹਨੂੰ ਹਿੰਦੀ ਪੰਜਾਬੀ ਦੋਵਾਂ ਦੇ ਵਿੱਚ ਹੀ ਅਨੁਪਾਤ ਜਾਂ ਤੁਲਨਾਤਮਕ, ਜਦੋਂ ਆਪਾਂ ਕਿਸੇ ਚੀਜ਼ ਦਾ ਤੁਲਨਾ ਕਰਦੇ ਹਾਂ ਦੋ ਚੀਜ਼ਾਂ ਦੀ, ਤਾਂ ਪ੍ਰਪੋਰਸ਼ਨ ਵਰਡ ਯੂਜ਼ ਕਰ ਲੈਂਦੇ ਹਾਂ। ਫਿਰ ਆ ਗਿਆ ਬੇਟੇ ਆਪਣੇ ਕੋਲੇ ਬਿਊਟੀ। ਬਿਊਟੀ ਮਤਲਬ ਖੂਬਸੂਰਤੀ। ਇਹ ਸਭ ਨੂੰ ਤੁਹਾਨੂੰ ਪਤਾ ਕਿ ਬਿਊਟੀ ਕੀ ਹੁੰਦੀ ਆ? ਖੂਬਸੂਰਤੀ। ਮੈਂ ਤੁਹਾਨੂੰ ਇਹ 'ਤੇ ਗੱਲ ਕਹਿਣੀ ਆ ਪੁੱਤ, ਜਦੋਂ ਵੀ ਮੈਂ ਵੋਕੈਬ ਕਰਾਵਾਂ, ਵੋਕੈਬਲਰੀ ਮਤਲਬ, ਤਾਂ ਤੁਸੀਂ ਵਰਡ ਜਦੋਂ ਲਿਖਣੇ ਆ, ਮੀਨਿੰਗ ਲਿਖਣੇ ਆ, ਤਾਂ ਵਰਡਸ ਦੇ ਸਪੈਲਿੰਗਸ ਵੀ ਲਰਨ ਕਰਕੇ ਲਿਖਣੇ ਆ, ਠੀਕ ਹੈ ਬੇਟੇ। ਚਲੋ ਹੁਣ ਆਪਾਂ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹਾਂ ਡਿਟੇਲ ਦੇ ਵਿੱਚ। ਚਲੋ ਬੱਚਿਓ, ਫਿਰ ਹੁਣ ਆਪਾਂ ਐਕਸਪਲੇਨੇਸ਼ਨ ਕਰੀਏ। ਇਟਸ ਨਾਟ ਗਰੋਇੰਗ ਲਾਈਕ ਅ ਟਰੀ in bulk doth make man better be। ਇਸ ਦਾ ਅਰਥ ਹੈ, ਮਤਲਬ ਪੋਇਟ ਇਹ ਕਹਿਣਾ ਚਾਹੁੰਦਾ ਹੈ ਕਿ ਇਟਸ ਨਾਟ ਗਰੋਇੰਗ ਲਾਈਕ ਅ ਟਰੀ, ਕਿ ਵ੍ਰਿਕਸ਼ ਵਾਂਗੂ ਵੱਡੇ ਹੋ ਜਾਣਾ, ਵੱਧ ਜਾਣਾ। ਇਨ ਬਲਕ ਮਤਲਬ ਥੋਕ ਦੇ ਵਿੱਚ, ਬਹੁਤ ਜ਼ਿਆਦਾ ਵੀ ਸਟਰੋਂਗ ਹੋ ਜਾਣਾ, ਸਰੀਰਕ ਤੌਰ 'ਤੇ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਣਾ, ਵੱਡੇ ਹੋ ਜਾਣਾ। ਡਥ ਮੇਕ ਮੈਨ ਮੈਟਰ ਬੀ। ਡਥ ਮਤਲਬ ਡਜ਼ ਲਈ ਯੂਜ਼ ਕੀਤਾ ਇੱਥੇ, ਡਥ ਵਰਡ ਜਿਹੜਾ ਵੈ। ਡਥ ਮੇਕ ਮੈਨ ਬੈਟਰ ਬੀ ਕਹਿੰਦਾ ਮਤਲਬ ਇਹ ਨਹੀਂ ਹੈ ਕਿ ਜੇ ਅਸੀਂ, ਜਿਵੇਂ ਕੋਈ ਵ੍ਰਿਕਸ਼ ਹੁੰਦਾ ਤੇ ਉਹ ਵ੍ਰਿਕਸ਼ ਜਿਹੜਾ ਬਹੁਤ ਵੱਡਾ ਹੋ ਜਾਂਦਾ, ਆਪਦੀਆਂ ਸ਼ਾਖਾਵਾਂ ਫੈਲਾ ਲੈਂਦਾ, ਬਹੁਤ ਮਜ਼ਬੂਤ ਹੋ ਜਾਂਦਾ, ਤੇ ਕੋਈ ਇਨਸਾਨ ਵੀ ਇਸ ਤਰੀਕੇ ਦਾ ਹੋ ਜਾਵੇ, ਤਾਂ ਉਹ ਡਥ ਮੇਕ ਮੈਨ ਬੈਟਰ ਬੀ, ਤੇ ਇਸ ਤਰੀਕੇ ਨਾਲ ਕੋਈ ਇਨਸਾਨ ਜਿਹੜਾ ਜ਼ਿਆਦਾ ਵਧੀਆ ਹੋ ਜਾਊਗਾ। ਇਸ ਚੀਜ਼ ਨੂੰ ਸਮਝਾਉਣ ਦੇ ਲਈ ਪੋਇਟ ਨੇ ਓਕ ਟਰੀ ਬਾਰੇ ਦੱਸਿਆ। ਔਰ ਸਟੈਂਡਿੰਗ ਲੌਂਗ ਐਜ਼ ਐਨ ਓਕ 300 years to fall a log at last, dry, bald and sere। ਕਹਿੰਦਾ ਦੇਖੋ ਹੁਣ, ਇੱਕ ਓਕ ਦਾ, ਬਲੂਤ ਦਾ ਵ੍ਰਿਕਸ਼ ਹੁੰਦਾ। ਉਹ ਬਲੂਤ ਦਾ ਵ੍ਰਿਕਸ਼ ਜਿਹੜਾ ਵੈ 300 ਸਾਲ ਤੱਕ, 300 ਸਾਲ ਉਮਰ ਹੁੰਦੀ ਹੈ ਬੇਟੇ ਓਕ ਦੇ ਵ੍ਰਿਕਸ਼ ਦੀ। ਤਾਂ ਜਿਹੜਾ ਬਲੂਤ ਦਾ ਵ੍ਰਿਕਸ਼ ਮਤਲਬ, ਜਿਹੜਾ ਬਲੂਤ ਦਾ ਵ੍ਰਿਕਸ਼ ਹੈ, ਓਕ ਟਰੀ ਹੈ, ਉਹਦੀ 300 ਸਾਲ ਤੱਕ ਉਮਰ ਹੁੰਦੀ ਹੈ, 300 ਸਾਲ ਤੱਕ ਜਿਉਂਦਾ ਰਹਿੰਦਾ ਉਹ। ਔਰ ਸਟੈਂਡਿੰਗ ਲੌਂਗ ਐਜ਼ ਐਨ ਓਕ ਮਤਲਬ ਜਿਹੜਾ ਓਕ ਦਾ ਵ੍ਰਿਕਸ਼ ਹੈ ਉਹ ਖੜਾ ਰਹਿੰਦਾ 300 ਸਾਲ ਤੱਕ। ਲੇਕਿਨ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਉਹ 300 ਸਾਲ ਤੱਕ ਜਿਉਂਦੇ ਰਹਿਣ ਦੇ ਬਾਵਜੂਦ ਵੀ ਨਾ ਤਾਂ ਕਿਸੇ ਪੰਛੀਆਂ ਦੇ ਕੰਮ ਆਉਂਦਾ, ਨਾ ਕਿਸੇ ਮਨੁੱਖਤਾ ਦੇ ਕੰਮ ਆਉਂਦਾ। ਕਿਉਂਕਿ ਪੁੱਤ ਉਹਦੇ ਪੱਤੇ ਜਿਹੜੇ ਹੁੰਦੇ ਨੇ ਜ਼ਹਿਰੀਲੇ ਹੁੰਦੇ ਨੇ, ਉਹਦੇ ਫਰੂਟ ਜ਼ਹਿਰੀਲੇ ਹੁੰਦੇ ਆ। ਉਸਨੂੰ ਨਾ ਤਾਂ ਪੰਛੀ ਖਾ ਸਕਦੇ ਨੇ, ਨਾ ਕੋਈ ਇਨਸਾਨ ਉਹਨੂੰ ਖਾ ਸਕਦਾ, ਨਾ ਪੰਛੀ ਕੋਈ ਆਲਣਾ ਬਣਾ ਸਕਦੇ ਨੇ। ਤਾਂ ਉਹ 300 ਸਾਲ ਤੱਕ ਅਜਾਈਂ ਖੜਾ ਰਹਿੰਦਾ, ਚਾਹੇ ਜਿੰਨਾ ਮਰਜ਼ੀ ਉਹ ਮਜ਼ਬੂਤ ਹੁੰਦਾ ਹੈ। ਤੇ ਉਹਦਾ ਅੰਤ ਕਿਵੇਂ ਹੁੰਦਾ ਹੈ? ਟੂ ਫਾਲ ਅ ਲੌਗ ਐਟ ਲਾਸਟ, ਡਰਾਈ, ਬਾਲਡ ਐਂਡ ਸੀਅਰ। ਤੇ ਅੰਤ ਕੀ ਹੁੰਦਾ? ਅੰਤ ਤੇ ਉਹ ਫਾਲ ਮਤਲਬ ਡਿੱਗ ਪੈਂਦਾ। ਇਹ ਲੌਗ ਐਟ ਲਾਸਟ ਅਖੀਰ ਤੇ ਇੱਕ ਠੁੱਠ ਬਣ ਜਾਂਦਾ, ਉਹ ਖੋਖਲਾ ਜਿਹਾ ਲੱਕੜ ਦਾ ਇੱਕ ਠੁੱਠ, ਸੁੱਕਾ ਹੋਇਆ। ਡਰਾਈ ਸੁੱਕਾ ਹੋਇਆ, ਬਾਲਡ ਜਿਹਦੇ ਉੱਤੇ ਕੋਈ ਪੱਤਾ ਨਹੀਂ ਰਹਿ ਜਾਂਦਾ, ਐਂਡ ਸੀਅਰ ਤੇ ਮੁਰਝਾਇਆ ਹੋਇਆ। ਇੱਥੇ ਕਹਿਣ ਦਾ ਭਾਵ ਇਹ ਹੈ ਕਿ ਇੱਕ ਇਨਸਾਨ ਵੀ ਜੇਕਰ ਉਹਦੀ ਉਮਰ ਜ਼ਿਆਦਾ ਹੈਗੀ ਹੈ, ਲੇਕਿਨ ਉਸਨੇ ਮਨੁੱਖਤਾ ਲਈ ਕੁਛ ਵੀ ਨਹੀਂ ਕੀਤਾ, ਉਹ ਬਹੁਤ ਸਾਲ ਜਿਉਂਦਾ ਰਿਹਾ, ਲੇਕਿਨ ਉਹ ਮਨੁੱਖਤਾ ਦੀ ਸੇਵਾ ਨਹੀਂ ਕੀਤੀ, ਕਿਸੇ ਦਾ ਕੰਮ ਨਹੀਂ ਆਇਆ, ਕਿਸੇ ਨੂੰ ਖੁਸ਼ੀਆਂ ਨਹੀਂ ਵੰਡੀਆਂ, ਤਾਂ ਉਹ ਜਿੰਨੇ ਸਾਲ ਵੀ ਉਹ ਜਿਉਂਦਾ ਰਿਹਾ ਉਹ ਅਜਾਈਂ ਨੇ। ਮੈਂ ਤੁਹਾਨੂੰ ਡਿਟੇਲ 'ਚ ਇਹ ਗੱਲ ਸਮਝਾਉਣੀ ਆ, ਲੇਕਿਨ ਪਹਿਲਾਂ ਪੋਇਮ ਦੀ ਐਕਸਪਲੇਨੇਸ਼ਨ ਦੱਸ ਦੇਵਾਂ। ਤਾਂ ਫਿਰ ਉਸਨੇ, ਪੋਇਟ ਨੇ, ਇਹਨੂੰ ਕੰਪੈਰੀਜ਼ਨ ਕਰਨ ਲਈ ਓਕ ਦੀ ਜ਼ਿੰਦਗੀ ਨੂੰ ਉਹਨੇ ਕਾਹਦੇ ਨਾਲ ਕੰਪੇਅਰ ਕੀਤਾ ਬੇਟੇ? ਉਹਨੇ ਕੰਪੇਅਰ ਕੀਤਾ ਲਿਲੀ ਦੇ ਫੁੱਲ ਦੇ ਨਾਲ। ਅ ਲਿਲੀ ਆਫ ਅ ਡੇ ਇਜ਼ ਫੇਅਰਰ ਫਾਰ ਇਨ ਮੇ। ਕਹਿੰਦਾ ਲਿਲੀ ਦਾ ਜਿਹੜਾ ਫੁੱਲ ਹੁੰਦਾ ਪੁੱਤ, ਤੁਹਾਨੂੰ ਪਤਾ ਉਹ ਸਿਰਫ ਇੱਕ ਦਿਨ ਜਿਉਂਦਾ ਰਹਿੰਦਾ ਹੈ। ਲਿਲੀ ਦਾ ਫੁੱਲ ਇੱਕ ਦਿਨ ਜਿਉਂਦਾ ਰਹਿੰਦਾ ਹੈ ਕਿ ਉਹ ਸੁਬਾ ਖਿੜਦਾ ਪੁੱਤ, ਤੇ ਸ਼ਾਮ ਨੂੰ ਉਹ ਮੁਰਝਾ ਵੀ ਜਾਂਦਾ ਹੈ। ਚਲੋ ਪਹਿਲਾਂ ਪੜ੍ਹ ਲਈਏ ਇਹਨੂੰ। ਲਿਲੀ ਆਫ ਅ ਡੇ, ਕਿ ਇੱਕ ਲਿਲੀ ਜਿਹੜਾ ਉਹਦੀ ਜ਼ਿੰਦਗੀ ਜਿਹੜੀ ਸਿਰਫ ਇੱਕ ਦਿਨ ਦੀ ਹੁੰਦੀ ਹੈ। ਇਜ਼ ਫੇਅਰਰ ਫਾਰ ਇਨ ਮੇ, ਤੇ ਮਈ ਦੇ ਮਹੀਨੇ ਵਿੱਚ ਉਹ ਬਹੁਤ ਖੂਬਸੂਰਤ ਲੱਗਦਾ ਹੈ। ਆਲਦੋ ਹੁੰਦਾ ਭਾਵੇਂ, ਆਲਦੋ ਇਟ ਫਾਲ ਐਂਡ ਡਾਈ ਦੈਟ ਨਾਈਟ। ਭਾਵੇਂ ਕਹਿੰਦਾ ਹੈ ਕਿ ਉਹ ਜਿਸ ਦਿਨ ਖਿੜਦਾ ਹੈ, ਜਿਸ ਦਿਨ ਸੁਬਾ ਖਿੜਦਾ ਹੈ ਨਾ, ਉਸੇ ਰਾਤ ਨੂੰ ਹੀ
ਉਹ ਮੁਰਝਾ ਜਾਂਦਾ ਹੈ, ਡਿੱਗ ਪੈਂਦਾ ਹੈ। ਇਟ ਵਾਜ਼ ਦਾ ਪਲਾਂਟ ਐਂਡ ਫਲਾਵਰ ਆਫ ਲਾਈਟ। ਤੁਸੀਂ ਇਹਨੂੰ ਫਲਾਵਰ ਨਹੀਂ ਬੋਲਣਾ, ਫਲਾਵਰ ਬੋਲਣਾ ਬੇਟੇ। ਇਟ ਵਾਜ਼ ਦਾ ਪਲਾਂਟ ਐਂਡ ਫਲਾਵਰ ਆਫ ਲਾਈਟ। ਲੇਕਿਨ ਇਹ ਜਿੰਨੀ ਦੇਰ ਵੀ ਜਿਉਂਦਾ ਰਹਿੰਦਾ ਪੁੱਤ, 12-13 ਘੰਟੇ ਦਿਨ ਦੇ ਜਿੰਨੀ ਦੇਰ ਵੀ ਇਹ ਜਿਉਂਦਾ ਰਹਿੰਦਾ ਹੈ, ਇਹ ਦੇਖਣ ਵਾਲੇ ਦੀ ਨਜ਼ਰ ਨੂੰ ਬਹੁਤ ਖੂਬਸੂਰਤੀ ਪ੍ਰਦਾਨ ਕਰਦਾ ਹੈ, ਖੁਸ਼ੀ ਪ੍ਰਦਾਨ ਕਰਦਾ ਹੈ। ਜਿਹੜਾ ਵੀ ਇਹਨੂੰ ਦੇਖਦਾ ਖੁਸ਼ ਹੋ ਜਾਂਦਾ ਹੈ। ਸੋਹਣੇ ਸੋਹਣੇ ਰੰਗਾਂ ਦੇ ਵਿੱਚ ਇਹ ਖਿੜਦਾ ਹੈਗਾ। ਜ਼ਿੰਦਗੀ ਚਾਹੇ ਉਹਦੀ ਇੱਕ ਦਿਨ ਦੀ ਹੁੰਦੀ ਹੈ, ਲੇਕਿਨ ਖੁਸ਼ੀਆਂ ਉਹ ਸਭ ਨੂੰ ਬਹੁਤ ਵੰਡ ਜਾਂਦਾ ਹੈ। ਤਾਂ ਫਲਾਵਰ ਆਫ ਲਾਈਟ ਮੈਨੇ ਰੋਸ਼ਨਾਈਆਂ ਦਾ ਫੁੱਲ ਹੈਗਾ, ਇਹ ਰੋਸ਼ਨੀਆਂ ਦੇਣ ਵਾਲਾ ਫੁੱਲ ਹੈ। ਤਾਂ ਕਵੀ ਨੇ, ਪੋਇਟ ਨੇ ਆਪਾਂ ਨੂੰ ਇੱਥੇ ਦੋ ਚੀਜ਼ਾਂ ਬਾਰੇ ਦੱਸਿਆ। ਇੱਕ ਉਹਨੇ ਟਰੀ ਬਾਰੇ ਦੱਸਿਆ, ਉਹ ਓਕ ਦਾ ਟਰੀ ਹੈ ਜਿਹੜਾ 300 ਸਾਲ ਤੱਕ ਜਿਉਂਦਾ ਰਹਿੰਦਾ ਹੈ। ਇੱਕ ਲਿਲੀ ਦਾ ਫੁੱਲ ਹੈ ਜਿਹੜਾ ਕਿ ਸਿਰਫ ਇੱਕ ਦਿਨ ਲਈ ਜਿਉਂਦਾ ਰਹਿੰਦਾ ਹੈ। ਲੇਕਿਨ ਦੋਨਾਂ ਵਿੱਚੋਂ ਜ਼ਿੰਦਗੀ ਕਿਹਦੀ ਇੰਪੋਰਟੈਂਟ ਹੈ ਬੇਟੇ? ਉਹ 300 ਸਾਲ ਤੱਕ ਜਿਉਂਦਾ ਰਿਹਾ ਲੇਕਿਨ ਕਿਸੇ ਦੇ ਕੰਮ ਨਾ ਆਇਆ। ਉਹ ਇੱਕ ਦਿਨ ਜਿਉਂਦਾ ਰਿਹਾ, ਲਿਲੀ ਦਾ ਫੁੱਲ ਇੱਕ ਦਿਨ ਜਿਉਂਦਾ ਰਿਹਾ, ਲੇਕਿਨ ਇੱਕ ਦਿਨ ਜਿਉਂਦਾ ਰਹਿ ਕੇ ਵੀ ਉਹਨੇ ਬਹੁਤ ਖੁਸ਼ੀਆਂ ਵੰਡੀਆਂ ਸਾਰਿਆਂ ਨੂੰ, ਉਹਨੇ ਖੂਬਸੂਰਤੀ ਦਿੱਤੀ। ਤਾਂ ਇਸ ਤਰੀਕੇ ਦੇ ਨਾਲ ਇੱਥੇ ਪੋਇਟ ਇਹ ਕਹਿਣਾ ਚਾਹੁੰਦਾ ਹੈ ਕਿ ਜ਼ਿੰਦਗੀ ਲੰਬੀ ਜਿਹੜੀ ਹੈ ਉਹ ਸਾਲਾਂ ਵਿੱਚ ਹੋਣੀ ਜ਼ਰੂਰੀ ਨਹੀਂ। ਜ਼ਿੰਦਗੀ ਦੀ ਖੂਬਸੂਰਤੀ ਕਿਹਦੇ ਵਿੱਚ ਹੈ ਕਿ ਤੁਸੀਂ ਖੁਸ਼ੀਆਂ ਵੰਡੋ। ਜ਼ਿੰਦਗੀ ਜਿਹੜੀ ਹੈ ਉਹ ਸਾਲਾਂ ਦੇ ਵਿੱਚ ਵੱਡੀ ਨਹੀਂ ਹੁੰਦੀ, ਜ਼ਿੰਦਗੀ ਕੰਮਾਂ ਦੇ ਨਾਲ ਵੱਡੀ ਹੁੰਦੀ ਆ। ਕੋਈ ਇਨਸਾਨ ਕੋਈ ਇਨਸਾਨ ਚਾਹੇ 80, 90 ਤੇ 100 ਸਾਲ ਜਿਉਂਦਾ ਰਹਿ ਜਾਵੇ, ਲੇਕਿਨ ਉਹ ਕਿਸੇ ਦੇ ਕੰਮ ਨਹੀਂ ਆਇਆ, ਮਨੁੱਖਤਾ ਦੇ ਕੰਮ ਨਹੀਂ ਆਇਆ, ਕਿਸੇ ਦਾ ਭਲਾ ਨਹੀਂ ਕੀਤਾ ਉਹਨੇ, ਤਾਂ ਉਹਦੇ ਜਿਉਣ ਦਾ ਫਾਇਦਾ ਕੀ? ਤੇ ਲੇਕਿਨ ਮੈਂ ਤੁਹਾਨੂੰ ਇਹਦੇ ਬਾਰੇ ਐਗਜ਼ਾਮਪਲ ਦਿੰਨੀ ਆ। ਚਲੋ ਮੈਂ ਪੋਇਟ ਦਾ ਕੰਪੈਰੀਜ਼ਨ ਪਹਿਲਾਂ ਪੜ੍ਹ ਦੇਵਾਂ, ਫਿਰ ਤੁਹਾਨੂੰ ਐਗਜ਼ਾਮਪਲ ਦਿੰਨੀ ਆ। ਇਨ ਸਮਾਲ ਪ੍ਰਪੋਰਸ਼ਨਸ ਵੀ ਜਸਟ ਬਿਊਟੀ ਸੀ, ਐਂਡ ਇਨ ਸ਼ਾਰਟ ਮੈਜਰਸ ਲਾਈਫ ਮੇ ਪਰਫੈਕਟ ਬੀ। ਇਨ ਸਮਾਲ ਪ੍ਰਪੋਰਸ਼ਨਸ ਵੀ ਜਸਟ ਬਿਊਟੀ ਸੀ। ਪ੍ਰਪੋਰਸ਼ਨਸ ਤੁਹਾਨੂੰ ਮੈਂ ਕਿਹਾ ਸੀ ਤੁਲਨਾ ਕੀਤੀ ਜਾਂਦੀ ਆ। ਕਹਿੰਦਾ ਕਿ ਦੇਖਿਆ ਜਾਵੇ ਤਾਂ ਤੁਲਨਾਤਮਕ ਤੌਰ ਤੇ ਵੀ ਦੇਖਿਆ ਜਾਵੇ ਤਾਂ ਸਾਨੂੰ ਛੋਟੀ ਜਿਹੀ ਜਿਹੜੀ ਉਹਦੀ ਜ਼ਿੰਦਗੀ ਹੈ ਲਿਲੀ ਦੇ ਫੁੱਲ ਦੀ, ਉਹਦੇ ਵਿੱਚ ਵੀ ਸਾਨੂੰ ਖੂਬਸੂਰਤੀ ਨਜ਼ਰ ਆ ਗਈ। ਐਂਡ ਇਨ ਸ਼ਾਰਟ ਮੈਜਰਸ ਲਾਈਫ ਮੇ ਪਰਫੈਕਟ ਬੀ, ਕਿ ਚਾਹੇ ਥੋੜਾ ਜੀਏ ਫਿਰ ਵੀ ਜ਼ਿੰਦਗੀ ਪਰਫੈਕਟ ਹੋ ਜਾਂਦੀ ਆ, ਹੈ ਨਾ, ਫਿਰ ਵੀ ਪੂਰਨ ਹੋ ਸਕਦੀ ਹੈ ਲਾਈਫ ਜਿਹੜੀ ਆ। ਹੁਣ ਮੈਂ ਤੁਹਾਨੂੰ ਕਹਿੰਦੀ ਸੀ ਐਗਜ਼ਾਮਪਲ, ਮੈਂ ਐਗਜ਼ਾਮਪਲ ਇਹਦੇ ਵਾਸਤੇ ਮੈਨੂੰ ਸਭ ਤੋਂ ਬੈਸਟ ਐਗਜ਼ਾਮਪਲ ਲੱਗਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਐਗਜ਼ਾਮਪਲ। ਪੁੱਤ ਤੁਹਾਨੂੰ ਸਭ ਨੂੰ ਪਤਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਹੋਈ ਉਹ 7 ਤੇ 9 ਸਾਲ ਦੇ ਵਿੱਚ ਹੋਈ। 7 ਤੇ 9 ਸਾਲ ਦੀ ਉਮਰ ਦੇ ਵਿੱਚ ਤਾਂ ਕੁਝ ਪਤਾ ਵੀ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਉਸ ਸਮੇਂ ਉਹ ਕੰਮ ਕਰ ਦਿੱਤਾ ਜਿਹੜੇ ਕਿ ਉਦੋਂ 70, 80 ਜਾਂ 90 ਸਾਲ ਵਾਲੇ ਨਾ ਕਰ ਸਕੇ। ਇਸ ਕਰਕੇ ਉਮਰਾਂ ਦੇ ਨਾਲ ਚੰਗੇ ਕੰਮਾਂ ਦਾ, ਖੂਬਸੂਰਤੀ ਵੰਡਣ ਦਾ ਜਾਂ ਖੁਸ਼ੀਆਂ ਵੰਡਣ ਦਾ ਕੋਈ ਲੈਣਾ ਦੇਣਾ ਨਹੀਂ। ਤੁਸੀਂ ਕਰਤਾਰ ਸਿੰਘ ਜੀ ਸਰਾਭਾ ਬਾਰੇ ਜਾਣਦੇ ਹੋ, ਤੁਸੀਂ ਸ਼ਹੀਦ ਭਗਤ ਸਿੰਘ ਜੀ ਬਾਰੇ ਜਾਣਦੇ ਹੋ, ਜਿਨ੍ਹਾਂ ਨੇ ਆਪਣੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਆਪਣੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਤੁਹਾਨੂੰ ਪਤਾ ਨਾ ਉਹ ਵੀ ਕਿੰਨੀ ਛੋਟੀ ਉਮਰ ਦੇ ਵਿੱਚ ਚਲੇ ਗਏ ਸੀ। ਤਾਂ ਹੁਣ ਤੁਸੀਂ ਯਾਦ ਇਹ ਰੱਖਣਾ ਪੁੱਤ ਇਸ ਪੋਇਮ ਦਾ ਅਸਲੀ ਮੀਨਿੰਗ, ਕਿਉਂਕਿ ਪੋਇਮ ਜਿਹੜੀ ਹੁੰਦੀ ਹੈ ਨਾ, ਪੋਇਮ ਦੇ ਵਿੱਚ ਲਾਈਨਸ ਚਾਹੇ ਥੋੜੀਆਂ ਹੁੰਦੀਆਂ ਲੇਕਿਨ ਮੀਨਿੰਗ ਬਹੁਤ ਡੀਪ ਹੁੰਦਾ ਬੇਟੇ। ਤਾਂ ਮੀਨਿੰਗ ਇੱਥੇ ਇਸ ਪੋਇਮ ਦਾ ਇਹੀ ਆ ਕਿ ਜ਼ਿੰਦਗੀ ਜਿਹੜੀ ਆ ਉਹ ਉਮਰਾਂ 'ਚ ਲੰਬੀ ਨਹੀਂ ਹੋਣੀ ਚਾਹੀਦੀ। ਜ਼ਿੰਦਗੀ ਜਿਹੜੀ ਆ ਉਹ ਕੰਮਾਂ ਦੇ ਨਾਲ ਜਿਹੜੀ ਹੈਗੀ ਹੈ, ਕੰਮ ਸੋਹਣੇ ਕਰਨੇ ਚਾਹੀਦੇ ਆ। ਸੋਹਣੇ ਕੰਮ ਜੇਕਰ ਤੁਸੀਂ ਕਰਦੇ ਹੋ ਤਾਂ ਸੋਹਣੇ ਕੰਮਾਂ ਵਾਲੇ ਬੰਦਿਆਂ ਨੂੰ ਹੀ ਯਾਦ ਰੱਖਿਆ ਜਾਂਦਾ ਹੈ, ਚਾਹੇ ਉਹਨਾਂ ਦੀ ਉਮਰ ਛੋਟੀ ਹੋਵੇ। ਤਾਂ ਇਸ ਤਰੀਕੇ ਦੇ ਨਾਲ ਮੈਂ ਇੱਥੇ ਕਹਿਣਾ ਚਾਹੂੰਗੀ, ਤੁਸੀਂ ਆ ਮੇਰੇ ਦੋ ਜਿਹੜੀਆਂ ਲਾਈਨਸ ਮੈਂ ਲਿਖੀਆਂ ਸੀ ਤੁਹਾਡੇ ਲਈ, ਹੋਪਫੁਲੀ, ਕਿ ਇਟ ਇਜ਼ ਕੁਆਲਿਟੀ ਆਫ ਲਾਈਫ ਦੈਟ ਮੈਟਰਸ, ਨਾਟ ਦਾ ਲੈਂਥ ਆਫ ਲਾਈਫ। ਕਿ ਜ਼ਿੰਦਗੀ ਜਿਹੜੀ ਆ, ਇਟ ਇਜ਼ ਕੁਆਲਿਟੀ ਆਫ ਲਾਈਫ ਦੈਟ ਮੈਟਰਸ। ਜ਼ਿੰਦਗੀ ਦੀ ਗੁਣਵੱਤਾ, ਜ਼ਿੰਦਗੀ ਕਿੰਨੇ ਗੁਣਾਂ ਨਾਲ ਭਰਪੂਰ ਹੈ, ਤੁਸੀਂ ਕੀ ਕਰਦੇ ਹੋ ਕਿਸੇ ਦੇ ਲਈ, ਇਹ ਜ਼ਿੰਦਗੀ ਹੈ, ਇਹ ਮੈਟਰ ਕਰਦਾ ਹੈ। ਨਾਟ ਦਾ ਲੈਂਥ ਆਫ ਲਾਈਫ, ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿੰਨੀ ਦੇਰ ਜਿਉਏ ਹੋ। ਟੂ ਬੀ ਪਰਫੈਕਟ ਵਨ ਨੀਡ ਨਾਟ ਟੂ ਹੈਵ ਅ ਲੌਂਗ ਲਾਈਫ, ਕਿ ਜੇ ਤੁਸੀਂ ਪਰਫੈਕਟ ਹੋਣਾ ਚਾਹੁੰਦੇ ਹੋ, ਤੁਸੀਂ ਚੰਗੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਸੰਪੂਰਨ ਹੋਣਾ ਚਾਹੁੰਦੇ ਹੋ, ਤਾਂ ਉਹਦੇ ਲਈ ਲੰਬੀ ਜ਼ਿੰਦਗੀ ਦੀ ਲੋੜ ਬਿਲਕੁਲ ਨਹੀਂ ਹੈ। ਮਤਲਬ ਕਹਿਣ ਦਾ ਕੀ ਹੋਇਆ ਬੇਟੇ ਕਿ ਇੱਕ ਖੂਬਸੂਰਤ ਜ਼ਿੰਦਗੀ ਦਾ ਲੰਬੀ ਉਮਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਖੂਬਸੂਰਤ ਜ਼ਿੰਦਗੀ ਦਾ ਲੈਣਾ ਦੇਣਾ ਕਿਹਦੇ ਨਾਲ ਹੈ ਕਿ ਤੁਸੀਂ ਚਾਹੇ ਥੋੜਾ ਚਿਰ ਜੀਓ ਲੇਕਿਨ ਸਾਰੇ ਪਾਸੇ ਖੁਸ਼ੀਆਂ ਵੰਡੋ, ਖੂਬਸੂਰਤੀ ਵੰਡੋ, ਮਨੁੱਖਤਾ ਦੇ ਕੰਮ ਆਓ।
ਤਾਂ ਦੇਖੋ ਬੇਟੇ ਬਹੁਤ ਹੀ ਸੋਹਣੀ ਪੋਇਮ ਹੈ ਇਹ ਵਾਲੀ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਆਈ ਹੋਊਗੀ ਪੋਇਮ। ਤਾਂ ਪੋਇਮ ਆਪਣੀ ਕਿਹੜੀ ਸੀ? ਟਰੂ ਗਰੋਥ, ਕਿ ਅਸਲੀ ਜਿਹੜਾ ਗਰੋਥ ਕਿਹੜੀ ਹੁੰਦੀ ਆ। ਤਾਂ ਹੁਣ ਤੁਸੀਂ ਇਸ ਪੋਇਮ ਦਾ ਸਾਰੀ ਵੋਕੈਬ ਲਿਖਣੀ ਹੈ ਬੇਟੇ, ਸਪੈਲਿੰਗਸ ਲਰਨ ਕਰਨੇ ਆ। ਤੁਸੀਂ ਇਸ ਪੋਇਮ ਦੇ ਜਿਹੜੇ ਬੈਕ ਤੇ ਜੋ ਸੈਂਟਰਲ ਆਈਡੀਆ, ਬਲੈਂਕਸ, ਟਰੂ ਫਾਲਸ ਹੈ, ਉਹ ਸਾਰੇ ਕਰਨੇ ਆ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਊਗੀ ਤਾਂ ਮੈਂ ਹੁਣਾ, ਤਾਂ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਬੇਟੇ, ਬੈਲ ਆਈਕਨ ਪ੍ਰੈਸ ਕਰ ਦੇਣਾ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਪੁੱਤ ਤਾਂ ਤੁਹਾਨੂੰ ਪਤਾ ਲੱਗ ਜਾਵੇ। ਤਾਂ ਤੁਸੀਂ ਵੀਡੀਓਜ਼ ਦੇਖਦੇ ਰਹੋ ਤੇ ਟੀਚਰਸ ਦੇ ਵਰਕ ਨੂੰ ਐਪਰੀਸ਼ੀਏਟ ਕਰਦੇ ਰਹੋ। ਬਾਏ, ਸੀ ਯੂ, ਟੇਕ ਕੇਅਰ।